तेरा कीता जातो नाही मैनो जोग की तोई। मैं निर्गुण आरे को गुण नाही आपे तरस प्योई। तरस पया मैं रामत होई सतगुर सज्जन मिलिया। नानक नाम मिलै तां जीवा तन मन थीवै हरिया। नाम मिलै तां जीवा नानक नाम मिलै तां जीवा। नाम मिलै तां जीवा नानक नाम मिलै तां जीवा। नाम मिलै तां जीवा नानक नाम मिलै तां जीवा। नाम मिलै तां जीवा नानक नाम मिलै तां जीवा। नाम मिलै नाम मिलै तां जीवा नाम मिलै तां जीवा। नाम मिलै तां जीवा नाम मिलै तां जीवा। नाम मिलै तां जीवा। नाम मिलै तां जीवा नाम मिलै तां जीवा। नाम मिलै तां जीवा। नाम मिलै तां जीवा नानक नाम मिले तां जीवा। नाम मिलै तां जीवा नानक नाम मिले तां जीवा। जीवा नानक नाम मिलै तां जीवा। नानक नाम मिलै तां जीवा। नाम मिलै तां जीवा नानक नाम मिलै तां जीवा। तरस पया मैं रामत होई सतगुर सज्जन मिलिया। नानक नाम मिलै तां जीवा तन मन थीवै हरिया। जुगो जुगा टल चबर तख्त दे मालक गुरगद्दी ते विराजमान प्रतख सतगुरु सारी ही दुनिया ਦੇ ਸਾਂਝੇ ਰਹਿਬਰ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਰਸਨਾ ਨੂੰ ਪਵਿੱਤਰ ਕਰੋ। ਗੱਜ ਕੀ ਫਤਿਹ ਬੁਲਾਓ ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਹੀ ਬਖਸ਼ਿਸ਼ ਕਿਰਪਾ ਸਤਿਗੁਰੂ ਮਹਾਰਾਜ ਜੀ ਦੀ ਹੋਈ ਹੈ। सेवक परिवार उते सेवक को सेवा बनाई हुक्म बूझ परम पद पाई। सतगुरु महाराज जी ने गुरसिखां ताई अपने सेवकां ताई सेवा का जो समा है वो बख्शिश किया है। अमृत वेले तो लैके तुर की बाणी आई तिन सगली चिंत मिटाई दे श्री अखंड पाठ साहिब प्रारंभ हैं। संध्या दे दीवान सजे सजे दीवाना दे अंदर सोदार श्री रहराज साहब जी की बाणी के पाठ होए हैं। आरती के जाप सरवण किए हैं। थोड़ा समा गुरु चरणों दे विच सतगुरु जी की इलाही बाणी दे कीर्तन कथा द्वारा हाजरी भरन का प्राप्त होया है। एक ओंकार तो लैके 18-10-20 तक की समुची बाणी कायनात दे दुनिया दे
ਹਰ ਇੱਕ ਬੰਦੇ ਦਾ ਜੋ ਭਲਾ ਕਰਦੀ ਹੈ। ਗੁਰਬਾਣੀ ਸਤਿਗੁਰੂ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ, ਜਿਵੇਂ ਮਹਾਰਾਜ ਜੀ ਦਾ ਬਚਨ ਵੀ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਤੋਂ ਆਈ ਹੋਈ ਬਾਣੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹੜੀ ਇਹ ਧੁਰ ਕੀ ਬਾਣੀ ਹੈ, ਇਹਨੂੰ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਦਾ ਖਿਤਾਬ ਦਿੱਤਾ ਹੈ। ਭਾਵ ਸ਼ਬਦ ਸਾਡਾ ਗੁਰੂ ਹੈ, ਬਾਣੀ ਸਾਡਾ ਗੁਰੂ ਹੈ। ਤੇ ਸਤਿਗੁਰੂ ਕਹਿੰਦੇ, ਜਿਹੜੇ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਂਦੇ ਹਨ, ਗੁਰਬਾਣੀ ਕਹੈ, ਜੋ ਗੁਰਬਾਣੀ ਕਹਿੰਦੀ ਹੈ, ਸੇਵਕ ਜਨ ਮਾਨੈ, ਜਿਹੜਾ ਸੇਵਕ ਬਣ ਕੇ ਗੁਰਬਾਣੀ ਦੇ ਉੱਤੇ ਚੱਲਦਾ ਹੈ, ਗੁਰਬਾਣੀ ਦੇ ਉਪਦੇਸ਼ ਦੇ ਉੱਤੇ ਚੱਲਦਾ ਹੈ। ਗੁਰੂ ਜੀ ਕਹਿੰਦੇ ਨੇ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਗੁਰੂ ਸਾਹਿਬ ਜਪਾਨ ਮਹਾਰਾਜ ਜੀ ਉਹਦਾ ਪਾਰ ਉਤਾਰਾ ਕਰ ਦਿੰਦੇ ਨੇ, ਭਾਵ ਉਹਦਾ ਜੀਵਨ ਸਫਲ ਕਰ ਦਿੰਦੇ ਨੇ। ਜੇਕਰ ਸਾਡਾ ਜੀਵਨ ਸਫਲ ਹੋਵੇਗਾ, ਕੇਵਲ ਤੇ ਕੇਵਲ ਗੁਰੂ ਦੇ ਉਪਦੇਸ਼ ਮੁਤਾਬਕ ਚੱਲ ਕੇ ਹੋਵੇ। ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ, ਗੁਰੂ ਜੀ ਦਾ ਉਪਦੇਸ਼ ਸਾਡੇ ਜੀਵਨ ਨੂੰ ਚੰਗਾ ਬਣਾਉਂਦਾ ਹੈ। ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਜਿਹੜੇ ਗੁਣ ਨੇ ਉਹ ਇਕੱਠੇ ਕਰਦੇ ਹਾਂ, ਤੇ ਔਗਣਾਂ ਦਾ ਜੋ ਤਿਆਗ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਿਖਾਉਂਦੇ ਨੇ। ਗੁਰੂ ਜੀ ਦੀ ਬਾਣੀ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਦੇ ਚੰਗੇ ਚੱਜ ਔਰ ਜੀਵਨ ਦੇ ਚੰਗੇ ਆਚਾਰ ਜਿਹੜੇ ਨੇ ਉਹ ਸਿੱਖਦੇ ਹਾਂ। ਗੁਰੂ ਜੀ ਦੀ ਬਾਣੀ ਸਾਨੂੰ ਜੀਵਨ ਦਾ ਰਾਹ ਵਿਖਾਉਂਦੀ ਹੈ। ਅਨੇਕਾਂ ਵਾਰੀ ਬਚਨ ਗੁਰੂ ਸਾਹਿਬ ਜੀ ਦੀ ਬਾਣੀ ਦੇ ਆਪਾਂ ਪੜ੍ਹਦੇ ਸੁਣਦੇ ਹਾਂ। ਗੁਰਬਾਣੀ ਇਸ ਜਗ ਮਹਿ ਚਾਨਣ, ਕਿ ਜੋ ਗੁਰੂ ਦੀ ਬਾਣੀ ਹੈ, ਇਸ ਸੰਸਾਰ ਦੇ ਵਿੱਚ ਇੱਕ ਚਾਨਣ ਮਨਾਰਾ ਹੈ, ਜੋ ਸਾਨੂੰ ਪ੍ਰਕਾਸ਼ ਦਿੰਦੀ ਹੈ, ਚਾਨਣ ਦਿੰਦੀ ਹੈ। ਉਹ ਚਾਨਣ ਕਾਹਦਾ ਹੈ? ਗਿਆਨ ਦਾ ਚਾਨਣ ਹੈ। ਜਿਸ ਗਿਆਨ ਦੇ ਚਾਨਣ ਨੂੰ ਪ੍ਰਾਪਤ ਕਰਕੇ ਅਸੀਂ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਨਿਕਲ ਕੇ ਇੱਕ ਚੰਗੇ ਜੀਵਨ ਦੀ ਸਿਰਜਣਾ ਕਰਦੇ ਹਾਂ। ਇਸ ਕਰਕੇ ਗੁਰੂ ਦੀ ਬਾਣੀ ਸਾਨੂੰ ਅਗਿਆਨਤਾ ਚੋਂ ਕੱਢਦੀ ਹੈ, ਭਰਮਾਂ ਦੇ ਵਿੱਚੋਂ, ਭੁਲੇਖਿਆਂ ਵਿੱਚੋਂ ਕੱਢਦੀ ਹੈ, ਤੇ ਇੱਕ ਚੰਗਾ ਨਵਾਂ ਜੀਵਨ ਦਿੰਦੀ ਹੈ। ਜਿਹੜੇ ਜਿਹੜੇ ਵੀ ਗੁਰਬਾਣੀ ਅਨੁਸਾਰ ਤੁਰੇ, ਸਤਿਗੁਰੂ ਜੀ ਕਹਿੰਦੇ ਨੇ, ਉਹਨਾਂ ਨੇ ਆਪਣੇ ਜੀਵਨ ਨੂੰ ਸਫਲ ਕਰ ਲਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਏ ਹਰ ਬਿੰਦ। ਕਿ ਪਰਮੇਸ਼ਰ ਦੇ, ਅਕਾਲ ਪੁਰਖ ਦੇ, ਗੁਰੂ ਦੇ ਮਾਰਗ ਤੇ ਚੱਲੋ। ਕਿਵੇਂ ਚੱਲੋ? ਸੁਰਤੀ ਦੇ ਮਾਰਗ ਦੇ ਨਾਲ। ਆਪਾਂ ਗੁਰੂ ਘਰ ਜਾਂਦੇ ਆ, ਗੁਰੂ ਦੇ ਚਰਨਾਂ ਵਿੱਚ ਜਾਂਦੇ ਆ ਆਪਣੇ ਪੈਰਾਂ ਦੇ ਨਾਲ ਚੱਲ ਕੇ। ਜਦੋਂ ਅਸੀਂ ਪੈਰਾਂ ਦੇ ਨਾਲ ਗੁਰੂ ਦੇ ਦਰਬਾਰ ਵਿੱਚ ਆ ਕੇ ਚੱਲਦੇ ਹਾਂ, ਇੱਕ ਤਾਂ ਇਹ ਪੈਰ ਨੇ, ਇੱਕ ਤਾਂ ਇਹ ਚਰਨ ਨੇ, ਜਿਨ੍ਹਾਂ ਦੇ ਨਾਲ ਅਸੀਂ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਸੁਰਤੀ ਦੇ ਜਿਹੜੇ ਚਰਨ ਨੇ, ਸੁਰਤੀ ਦੇ ਚਰਨਾਂ ਦੇ ਨਾਲ ਮਨ ਕਰਕੇ ਗੁਰੂ ਦੇ ਕੋਲ ਜਾਣਾ। ਕਈ ਵਾਰ ਸਰੀਰ ਕਰਕੇ ਤਾਂ ਆਪਾਂ ਗੁਰੂ ਦੇ ਨੇੜੇ ਬਹਿ ਜਾਂਦੇ ਹਾਂ, ਪਰ ਮਨ ਕਰਕੇ ਗੁਰੂ ਦੇ ਨੇੜੇ ਨਹੀਂ ਬਹਿੰਦੇ। ਪਰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਮਨ ਕਰਕੇ ਗੁਰੂ ਦੇ ਨੇੜੇ ਹੋਈਏ, ਭਾਵ ਮਨ ਨੂੰ ਆਪਣੇ ਗੁਰੂ ਚਰਨਾਂ ਦੇ ਨਾਲ ਜੋੜੀਏ। ਭਾਵ ਜਦੋਂ ਵੀ ਗੁਰੂ ਦੇ ਚਰਨਾਂ 'ਚ ਬੈਠੀਏ, ਬਾਣੀ ਸੁਣੀਏ ਜਾਂ ਗੁਰੂ ਦੀ ਬਾਣੀ ਪੜ੍ਹੀਏ, ਉਸ ਵੇਲੇ ਕੋਸ਼ਿਸ਼ ਇਹ ਹੋਣੀ ਚਾਹੀਦੀ, ਸਾਡਾ ਜਿਹੜਾ ਮਨ ਹੈ ਉਹ ਗੁਰੂ ਦੇ ਸ਼ਬਦ ਦੇ ਵਿੱਚ, ਗੁਰੂ ਦੇ ਉਪਦੇਸ਼ ਦੇ ਵਿੱਚ ਲੱਗਿਆ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਬੜੇ ਸਪਸ਼ਟ ਤਰੀਕੇ ਦੇ ਨਾਲ ਸਾਨੂੰ ਬਚਨ ਕੀਤੇ ਨੇ ਕਿ ਪ੍ਰਭੂ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਵੀ ਸਾਵਧਾਨਤਾ ਦੇ ਨਾਲ ਆਪਣੇ ਚਿੱਤ ਨੂੰ ਇਕਾਗਰ ਕਰਕੇ ਫਿਰ ਗੁਰੂ ਦੀ ਬਾਣੀ ਪੜ੍ਹਨੀ ਤੇ ਸੁਣਨੀ ਚਾਹੀਦੀ ਹੈ।
ਜਸ ਕਰੋ ਵਾਹਿਗੁਰੂ ਦਾ ਜੀ, ਪਿਆਰਿਓ ਚਿੱਤ ਨੂੰ ਇਕਾਗਰ ਕਰਕੇ। ਕਰੋ ਵਾਹਿਗੁਰੂ ਦਾ 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 ਪਿਆਰਿਓ ਚਿੱਤ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਜੀ, ਪਿਆਰਿਓ ਚਿੱਤ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ। ਚਿੱਤ ਨੂੰ ਇਕਾਗਰ ਕਰਕੇ। ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ। ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ। ਚਿੱਤ ਨੂੰ ਇਕਾਗਰ ਕਰਕੇ, ਮਨ ਨੂੰ ਇਕਾਗਰ ਕਰਕੇ। ਮਨ ਨੂੰ ਇਕਾਗਰ ਕਰਕੇ, ਮਨ ਨੂੰ ਇਕਾਗਰ ਕਰਕੇ। ਚਿੱਤ ਨੂੰ ਇਕਾਗਰ ਕਰਕੇ। ਇਕਾਗਰ ਕਰਕੇ। ਮਨ ਨੂੰ 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 ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਜੀ, ਪਿਆਰਿਓ ਮਨ ਨੂੰ ਇਕਾਗਰ ਕਰਕੇ। ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਮਨ ਨੂੰ ਇਕਾਗਰ ਕਰਕੇ। ਗੁਰੂ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਉਸਤਤ ਮਨ ਕਰਕੇ, ਚਿੱਤ ਕਰਕੇ ਜਿਹੜੀ ਹੈ ਜਦੋਂ ਆਪਾਂ ਕਰਦੇ ਹਾਂ ਤੇ ਗੁਰੂ ਜੀ ਦੇ ਬਚਨ ਸਾਡੇ ਜੀਵਨ ਦੇ ਵਿੱਚ ਘਰ ਕਰਦੇ। ਫਿਰ ਗੁਰੂ ਜੀ ਦੇ ਬਚਨ ਸਾਡੇ ਜੀਵਨ ਨੂੰ ਚੰਗਾ ਬਣਾਉਂਦੇ ਹਨ, ਕਿਉਂਕਿ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਤਾਈਂ ਬੜਾ ਹੀ ਅਮੋਲਕ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਦਿੱਤਾ ਹੈ। ਔਰ ਕਲਗੀਧਰ ਮਹਾਰਾਜ ਨੇ ਬਚਨ ਕੀਤੇ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਐਸਾ ਅਮੋਲਕ ਖਜ਼ਾਨਾ ਗੁਰਸਿੱਖਾਂ ਤਾਈਂ ਗੁਰੂ ਮਹਾਰਾਜ ਜੀ ਨੇ ਸਿੱਖਾਂ ਨੂੰ ਦੇਣਾ ਕੀਤਾ। ਔਰ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਇਸ ਅਮੋਲਕ ਖਜ਼ਾਨੇ ਦੇ ਵਿੱਚੋਂ ਕੁਝ ਕਿਣਕਾ ਮਾਤਰ ਵੀ ਲਿਆ ਹੈ ਤੇ ਉਹਨਾਂ ਦਾ ਜੀਵਨ ਚੰਗਾ ਹੋ ਗਿਆ, ਉਹਨਾਂ ਦਾ ਜੀਵਨ ਸੁਧਰ ਗਿਆ, ਉਹਨਾਂ ਦੇ ਜੀਵਨ ਵਿੱਚ ਗੁਣ ਆ ਗਏ, ਉਹਨਾਂ ਦੇ ਜੀਵਨ ਵਿੱਚੋਂ ਬਹੁਤ ਸਾਰੇ ਔਗਣ ਨਿਕਲ ਗਏ। ਜੀਵਨ ਮਿਲਿਆ ਹੀ ਤਾਂ ਹੈ ਕਿ ਅਸੀਂ ਜੀਵਨ ਵਿੱਚ ਚੰਗੇ ਗੁਣ ਖੱਟੀਏ ਅਤੇ ਜੀਵਨ ਦੇ ਵਿੱਚੋਂ ਔਗਣਾਂ ਦਾ ਤਿਆਗ ਕਰੀਏ। ਧੰਨ ਸ਼੍ਰੀ ਗੁਰੂ ਕਲਗੀਧਰ ਮਹਾਰਾਜ, ਜਿਨ੍ਹਾਂ ਨੂੰ ਗੁਰੂ ਕੀ ਸੰਗਤ ਜੀ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਦੇ ਨਾਲ, ਗੁਰੂ ਦੀ ਬਾਣੀ ਨਾਲ ਜੁੜਨ ਦਾ ਲਾਭ ਕੀ ਹੈ ਤੇ ਗੁਰੂ ਨਾਲੋਂ ਟੁੱਟਣ ਦਾ ਜੋ ਨੁਕਸਾਨ ਕੀ ਹੈ। ਸੱਚੇ ਪਾਤਸ਼ਾਹ ਜੀ ਸਾਨੂੰ ਇਹ ਬਖਸ਼ਿਸ਼ ਕਰੋ, ਇਹ ਦੱਸਣਾ ਕਰੋ ਕਿ ਜਿਹੜਾ ਗੁਰੂ ਦੀ ਬਾਣੀ ਨਾਲ ਜੁੜਿਆ ਰਹਿੰਦਾ ਹੈ ਉਹਨੂੰ ਜੀਵਨ ਵਿੱਚ ਕੀ ਮਿਲਦਾ ਹੈ, ਤੇ ਜਿਹੜਾ ਗੁਰੂ ਦੀ ਬਾਣੀ ਨਾਲੋਂ ਟੁੱਟ ਜਾਂਦਾ ਹੈ, ਗੁਰੂ ਦੇ ਉਪਦੇਸ਼ ਨਾਲੋਂ ਟੁੱਟ ਜਾਂਦਾ ਹੈ, ਤੇ ਉਹਨੂੰ ਕੀ ਨੁਕਸਾਨ ਜ਼ਿੰਦਗੀ ਦੇ ਵਿੱਚ ਝੱਲਣਾ ਪੈਂਦਾ ਹੈ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਸਿੱਖਾਂ ਤਾਈਂ ਬਚਨ ਕਰਦੇ, ਸਿੱਖੋ ਕੋਈ ਗੱਲ ਨਹੀਂ, ਤੁਹਾਡੇ ਸਵਾਲ ਦਾ ਜਵਾਬ ਅਸੀਂ ਦੇਵਾਂਗੇ। ਰੋਜ਼ ਗੁਰੂ ਕਲਗੀਧਰ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦੀਵਾਨ ਸਜਾਉਂਦੇ ਔਰ ਗੁਰੂ ਕੇ ਸਿੱਖਾਂ ਨੂੰ ਉਪਦੇਸ਼ ਦਿੰਦੇ, ਜਿਵੇਂ ਰੋਜ਼ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਨੇ। ਭਾਵੇਂ ਕਿ ਗੁਰੂ ਦਾ ਉਪਦੇਸ਼
ਕੋਈ ਪਾਠੀ ਸਿੰਘ, ਕੋਈ ਗ੍ਰੰਥੀ ਸਿੰਘ ਆਪਾਂ ਨੂੰ ਬੋਲ ਕੇ ਸੁਣਾਉਂਦਾ ਹੈ ਹੁਕਮਨਾਮੇ ਦੇ ਰੂਪ ਦੇ ਵਿੱਚ। ਉਹ ਵੀ ਗੁਰੂ ਦਾ ਉਪਦੇਸ਼ ਹੈ ਜੋ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਨੇ। ਐਸੇ ਤਰ੍ਹਾਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਜ਼ ਹੀ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਪਦੇਸ਼ ਦਿੰਦੇ, ਗੁਰਬਾਣੀ ਦਾ ਉਪਦੇਸ਼ ਦਿੰਦੇ। ਗੁਰੂ ਕੀਆਂ ਸੰਗਤਾਂ ਬੜੇ ਪਿਆਰ ਵਿੱਚ, ਬੜੇ ਸਤਿਕਾਰ ਵਿੱਚ ਗੁਰੂ ਜੀ ਦੇ ਬਚਨ, ਗੁਰੂ ਦੇ ਉਪਦੇਸ਼ ਨੂੰ ਸੁਣਦੀਆਂ ਔਰ ਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਮਨਾਂ ਵਿੱਚ ਵਸਾਉਂਦੀਆਂ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਮਹਾਰਾਜ ਅੱਜ ਵੀ ਸਿੰਘਾਸਨ ਤੇ ਬੈਠੇ ਨੇ। ਬੜੀ ਸੰਗਤ ਸਤਿਗੁਰੂ ਜੀ ਦੇ ਚਰਨਾਂ 'ਚ ਬੈਠੀ ਹੈ ਕਿ ਅੱਜ ਗੁਰੂ ਸਾਹਿਬ ਜੀ ਕੋਈ ਨਵਾਂ ਉਪਦੇਸ਼ ਸਾਨੂੰ ਬਖਸ਼ਿਸ਼ ਕਰਨਗੇ ਤੇ ਉਸ ਉਪਦੇਸ਼ ਨੂੰ ਅਸੀਂ ਆਪਣੇ ਜੀਵਨ 'ਚ ਕਮਾ ਕੇ ਗੁਰੂ ਕਲਗੀਧਰ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਕਿਉਂਕਿ ਗੁਰੂ ਦੀ ਖੁਸ਼ੀ ਦਾ ਪਾਤਰ ਉਹੀ ਸਿੱਖ ਬਣਦਾ ਜਿਹੜਾ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲਦਾ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਇਆ ਹੋਇਆ, ਸੁਣਿਆ ਹੋਇਆ, ਜਪਿਆ ਹੋਇਆ ਉਹਨਾਂ ਦਾ ਥਾਂ ਪੈਂਦਾ ਹੈ ਜਿਹੜੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਦੇ ਹਨ। ਇਸ ਕਰਕੇ ਸਾਨੂੰ ਗੁਰੂ ਦੀ ਆਗਿਆ ਸਤ ਕਰਕੇ ਮੰਨਣੀ ਚਾਹੀਦੀ ਹੈ। ਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਜਾਣਨਾ ਚਾਹੀਦਾ ਹੈ। ਅੱਜ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਹਣੇ ਸਿੰਘਾਸਨ ਤੇ ਬੈਠੇ, ਸੰਗਤ ਗੁਰੂ ਚਰਨਾਂ 'ਚ ਬੈਠੀ, ਚਕੋਰਾਂ ਦੀ ਤਰ੍ਹਾਂ ਸਤਿਗੁਰੂ ਮਹਾਰਾਜ ਵੱਲ ਧਿਆਨ ਹੈ ਗੁਰੂ ਕੀ ਸੰਗਤ ਦਾ ਕਿ ਅੱਜ ਇੱਕ ਨਵਾਂ ਉਪਦੇਸ਼ ਗੁਰੂ ਕਲਗੀਧਰ ਜੀ ਮਹਾਰਾਜ ਪਾਸੋਂ ਸਾਨੂੰ ਸੁਣਨ ਵਾਸਤੇ ਮਿਲੇਗਾ ਤੇ ਅਸੀਂ ਉਸ ਉਪਦੇਸ਼ ਨੂੰ ਕਮਾਵਾਂਗੇ। ਤੇ ਸੰਗਤ ਦੇ ਵੇਖਦਿਆਂ ਵੇਖਦਿਆਂ ਕਲਗੀਧਰ ਮਹਾਰਾਜ ਜਦੋਂ ਆਪਣੇ ਸਿੰਘਾਸਨ ਤੇ ਬੈਠੇ ਨੇ, ਸਿੰਘਾਸਨ ਤੇ ਬੈਠਿਆਂ ਸੰਗਤ ਕੀ ਵੇਖਦੀ ਹੈ? ਗੁਰੂ ਕਲਗੀਧਰ ਮਹਾਰਾਜ ਦੇ ਹਸਤ ਕਮਲਾਂ ਵਿੱਚ, ਸਤਿਗੁਰੂ ਜੀ ਦੇ ਹੱਥਾਂ ਦੇ ਵਿੱਚ ਇੱਕ ਚਿੱਟੇ ਰੰਗ ਦਾ ਛੋਟਾ ਜਿਹਾ ਪੱਥਰ ਦਾ ਟੁਕੜਾ ਹੈ। ਸਤਿਗੁਰੂ ਮਹਾਰਾਜ ਜੀ ਉਸ ਪੱਥਰ ਦੇ ਟੁਕੜੇ ਨੂੰ ਕਦੇ ਆਪਣੇ ਖੱਬੇ ਹੱਥ ਦੇ ਵਿੱਚ, ਕਦੇ ਉਸ ਟੁਕੜੇ ਨੂੰ ਸੱਜੇ ਹੱਥ ਦੇ ਵਿੱਚ ਪਕੜ ਲੈਂਦੇ ਨੇ। ਅਨੇਕਾਂ ਵਾਰੀ ਗੁਰੂ ਕਲਗੀਧਰ ਮਹਾਰਾਜ ਨੇ ਉਸ ਪੱਥਰ ਦੇ ਟੁਕੜੇ ਨੂੰ ਕਦੇ ਖੱਬੇ ਹੱਥ, ਕਦੇ ਸੱਜੇ ਹੱਥ ਦੇ ਵਿੱਚ ਘੁਮਾਉਣਾ ਕੀਤਾ। ਗੁਰੂ ਕੀ ਸੰਗਤ ਬੜੀ ਹੈਰਾਨੀ ਦੇ ਵਿੱਚ ਹੈ ਕਿ ਕਲਗੀਧਰ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਅੱਜ ਕੋਈ ਬਚਨ ਸੁਣਾ ਨਹੀਂ ਰਹੇ, ਪਰ ਇੱਕ ਨਵਾਂ ਹੀ ਕੌਤਕ ਵਰਤਾ ਰਹੇ ਨੇ ਕਿ ਇੱਕ ਪੱਥਰ ਦੇ ਟੁਕੜੇ ਨੂੰ ਆਪਣੇ ਹੱਥਾਂ ਵਿੱਚ ਘੁਮਾ ਰਹੇ ਨੇ। ਇੱਕ ਨਵਾਂ ਕੌਤਕ ਸੀ ਜਿਹੜਾ ਸੰਗਤ ਨੂੰ ਵੇਖਣ ਨੂੰ ਮਿਲਿਆ, ਪਰ ਗੁਰੂ ਕਲਗੀਧਰ ਮਹਾਰਾਜ ਜੀ ਦੇ ਉਸ ਕੌਤਕ ਨੂੰ, ਉਸ ਚੋਜ ਨੂੰ ਗੁਰੂ ਕੀ ਸੰਗਤ ਸਮਝ ਨਾ ਸਕੀ। ਕਿਉਂਕਿ ਸਾਧ ਸੰਗਤ ਜੀ ਗੁਰੂ ਸਮਰੱਥ ਹੈ, ਗੁਰੂ ਸਮਰੱਥ ਹੈ। ਸਾਡੀ ਜਿਹੜੀ ਮਤ ਹੈ ਬੜੀ ਥੋੜੀ ਹੈ। ਅਸੀਂ ਤੁਛ ਬੁੱਧੀ ਦੇ ਮਾਲਕ ਹਾਂ, ਅਸੀਂ ਅਲਪੱਗ ਜੀਵ ਹਾਂ, ਗੁਰੂ ਸਰਬੱਗ ਹੈ। ਐਡਾ ਵੱਡਾ ਫਰਕ ਗੁਰੂ ਤੇ ਸਾਡੇ ਦੇ ਵਿੱਚ ਹੈ ਕਿ ਗੁਰੂ ਸਰਬ ਕਲਾ ਸਮਰੱਥ ਨੇ, ਹਰ ਕੁਝ ਕਰਨ ਵਾਲੇ ਨੇ। ਸਰਬੱਗ ਗੁਰੂ ਸਾਹਿਬ ਨੇ, ਜੀਵ ਅਲਪੱਗ ਹੈ, ਭਾਵ ਖਿਨ ਖਿਨ ਭੁੱਲਣ ਹਾਰ। ਤਾਈਓ ਆਪਾਂ ਬੇਨਤੀਆਂ ਕਰਦੇ ਗੁਰੂ ਦੇ ਅੱਗੇ, ਸੱਚੇ ਪਾਤਸ਼ਾਹ ਜੀ ਲੇਖੈ ਕਤੇ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਿ ਮਹਾਰਾਜ ਜੀ ਅਸੀਂ ਤਾਂ ਖਿਨ ਖਿਨ ਭੁੱਲਣ ਹਾਰ ਹਾਂ, ਪੈਰ ਪੈਰ ਉੱਤੇ ਸਾਡੇ ਤੋਂ ਭੁੱਲਾਂ ਹੁੰਦੀਆਂ ਨੇ। ਤੁਸੀਂ ਸਰਬੱਗ ਹੋ, ਤੁਸੀਂ ਸਰਬ ਕਲਾ ਸਮਰੱਥ ਹੋ। ਸਾਡੀਆਂ ਭੁੱਲਾਂ ਨੂੰ ਚਿਤਾਰਦੇ ਨਹੀਂ, ਸਾਨੂੰ ਗਲ ਦੇ ਨਾਲ ਲਾਉਂਦੇ ਹੋ। ਹਰ ਵਾਰ ਗੁਰੂ ਸਾਹਿਬ ਜੀ ਸਾਨੂੰ ਗਲ ਨਾਲ ਲਾਉਂਦੇ ਨੇ, ਜਿਵੇਂ ਮਾਂ ਆਪਣੇ ਬੱਚੇ ਨੂੰ ਗਲ ਦੇ ਨਾਲ ਲਾਉਂਦੀ ਹੈ। ਭਾਵੇਂ ਕਿੰਨੀਆਂ ਵੀ ਭੁੱਲਾਂ, ਕਿੰਨੀਆਂ ਵੀ ਗਲਤੀਆਂ ਬੱਚਾ ਕਿਉਂ ਨਾ ਕਰੇ, ਫਿਰ ਵੀ ਮਾਂ ਜਿਹੜੀ ਹੈ ਆਪਣੇ ਬੱਚੇ ਨੂੰ ਗਲ ਨਾਲ ਲਾਉਂਦੀ ਹੈ, ਬੜਾ ਪਿਆਰ ਕਰਦੀ ਹੈ। ਇਸੇ ਤਰ੍ਹਾਂ ਹੀ ਆਪਾਂ ਭੁੱਲਣਹਾਰ ਜੀਵ ਹਾਂ, ਪੈਰ ਪੈਰ ਤੇ ਭੁੱਲਦੇ ਹਾਂ। ਅਸੀਂ ਗੁਰੂ ਨੂੰ ਭੁੱਲ ਜਾਂਦੇ, ਪਰ ਗੁਰੂ ਸਾਨੂੰ ਨਹੀਂ ਭੁੱਲਦਾ। ਇਹ ਗੁਰੂ ਦਾ ਬਹੁਤ ਵੱਡਾ ਪਿਆਰ ਵਾਲਾ ਸੁਭਾਅ ਹੈ। ਸਿੱਖ ਭਾਵੇਂ ਗੁਰੂ ਨੂੰ ਭੁੱਲ ਜਾਵੇ, ਪਰ ਗੁਰੂ ਆਪਣੇ ਸਿੱਖ ਨੂੰ ਨਹੀਂ ਭੁੱਲਦਾ। ਅਸੀਂ ਕਈ ਵਾਰ ਜੀਵਨ ਦੇ ਵਿੱਚ ਸਾਧ ਸੰਗਤ ਜੀ
ਇਸ ਤਰ੍ਹਾਂ ਦਾ ਵੀ ਦੌਰ ਆਉਂਦਾ ਕਿ ਅਸੀਂ ਗੁਰੂ ਨੂੰ ਭੁੱਲ ਹੀ ਬਹਿ ਜਾਂਦੇ ਹਾਂ। ਪਰ ਜਦੋਂ ਸਾਡੇ ਜੀਵਨ ਵਿੱਚ ਕੋਈ ਦੁੱਖ ਆਉਂਦਾ ਹੈ, ਕਦੋਂ ਤਕਲੀਫ ਆਉਂਦੀ ਹੈ, ਵਿਪਤਾ ਪੈਂਦੀ ਹੈ, ਫਿਰ ਅਸੀਂ ਗੁਰੂ ਨੂੰ ਯਾਦ ਕਰਦੇ ਹਾਂ। ਪਰ ਫਿਰ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਗਲ ਦੇ ਨਾਲ ਲਾਉਂਦੇ ਨੇ, ਕਿਉਂਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਗੁਰੂ ਸਾਹਿਬ ਫਿਰ ਸਾਨੂੰ ਆਪਣਾ ਰੱਬੀ ਉਪਦੇਸ਼ ਦਿੰਦੇ, ਫਿਰ ਆਪਣੇ ਗਲ ਦੇ ਨਾਲ ਲਾ ਕੇ ਸਾਨੂੰ ਸਮਝਾਉਂਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਆਪਣਾ ਪਿਆਰ ਵਾਲਾ ਸੁਭਾਅ ਨਹੀਂ ਛੱਡਦਾ। ਅਸੀਂ ਅਲਪੱਗ ਜੀਵ ਗੁਰੂ ਦੇ ਕੌਤਕਾਂ ਨੂੰ, ਗੁਰੂ ਦੀ ਇਸ ਗੁਰੂ ਦੇ ਚੋਜਾਂ ਨੂੰ ਜਾਣ ਨਹੀਂ ਸਕਦੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਕਿਹਾ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਕਿ ਹੇ ਸੱਚੇ ਪਾਤਸ਼ਾਹ ਜੀ ਤੁਸੀਂ ਸਮਰੱਥ ਹੋ, ਵੱਡੇ ਹੋ, ਤੁਹਾਡਾ ਅੰਤ ਪਾਉਣਾ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤਾਂ ਹੀ ਇਹ ਗੁਰੂ ਵਾਸਤੇ ਬਚਨ ਨੇ ਕਿ ਸੱਚੇ ਪਾਤਸ਼ਾਹ ਵੀ ਤੇਰੇ ਗੁਣ ਕਿਹੜੇ ਕਿਹੜੇ ਗੁਣ ਗਾਵਾਂ ਮੈਂ, ਕਿੰਨੇ ਗੁਣ ਨੇ ਗੁਰੂ ਦੇ ਵਿੱਚ ਭਰਿਆ ਪਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖਜ਼ਾਨਾ ਗੁਣਾਂ ਦੇ ਨਾਲ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਸਾਹਿਬ ਕਹਿੰਦੇ ਤੁਮਰੀ ਮਹਿਮਾ ਵਰਨ ਨਾ ਸਾਕੋ। ਸੱਚੇ ਪਾਤਸ਼ਾਹ ਜੀ ਤੇਰੀ ਮਹਿਮਾ ਕਥਨ ਤੋਂ ਪਰੇ ਹੈ। ਸਾਡੀ ਇੱਕ ਜੀਵ ਤੇਰੇ ਅਨੇਕਾਂ ਗੁਣਾਂ ਨੂੰ ਕਿਵੇਂ ਬਿਆਨ ਕਰ ਸਕਦੀ ਹੈ। ਜਿਹਵਾ ਏਕ ਸਾਡੀ ਇੱਕ ਜੀਵ ਹੈ, ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਈ ਹੈ। ਮਹਾਰਾਜ ਜੀ ਸਾਡੀ ਜੀਵ ਇੱਕ ਹੈ, ਤੇਰੇ ਗੁਣ ਅਨੇਕਾਂ ਨੇ, ਤੇ ਇੱਕ ਜੀਵ ਤੇਰੇ ਅਨੇਕਾਂ ਗੁਣਾਂ ਨੂੰ ਕਿਵੇਂ ਬਿਆਨ ਕਰ ਸਕਦੀ ਹੈ। ਭਾਵ ਗੁਰੂ ਸਰਬੱਗ ਹੈ, ਅਸੀਂ ਅਲਪੱਗ ਹਾਂ, ਅਸੀਂ ਖਿਨ ਖਿਨ ਭੁੱਲਣਹਾਰ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਕੌਤਕ, ਗੁਰੂ ਸਾਹਿਬ ਜੀ ਦੇ ਮਹਾਨ ਚੋਜ ਸਾਡੀ ਬੁੱਧੀ ਤੋਂ ਪਰੇ ਨੇ। ਗੁਰੂ ਕੀਆਂ ਸੰਗਤਾਂ ਮਹਾਰਾਜ ਜੀ ਦੇ ਵੱਲ ਤੱਕਦੀਆਂ ਨੇ, ਪਰ ਕੀ ਵਿਲੱਖਣ ਕੌਤਕ ਵੇਖ ਰਹੀਆਂ ਨੇ ਕਿ ਸਤਿਗੁਰੂ ਜੀ ਉਸ ਪੱਥਰ ਨੂੰ ਆਪਣੇ ਹੱਥਾਂ ਦੇ ਵਿੱਚ ਘੁਮਾ ਰਹੇ ਨੇ, ਪਰ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਕੋਈ ਬਚਨ ਨਹੀਂ ਉਚਾਰ ਰਹੇ। ਕੁਝ ਉਪਦੇਸ਼ ਮਹਾਰਾਜ ਜੀ ਤੋਂ ਸੁਣਨ ਨੂੰ ਨਹੀਂ ਮਿਲ ਰਿਹਾ। ਕੇਵਲ ਤੇ ਕੇਵਲ ਅੱਖਾਂ ਦੇ ਨਾਲ ਇੱਕ ਅਜਬ ਹੀ, ਇੱਕ ਵੱਖਰਾ ਹੀ ਕੌਤਕ ਜਿਹੜਾ ਹੈ ਗੁਰੂ ਕੀ ਸੰਗਤ ਗੁਰੂ ਕਲਗੀਧਰ ਮਹਾਰਾਜ ਜੀ ਦਾ ਵੇਖ ਰਹੀ ਹੈ, ਤੇ ਨਾਲ ਦੀ ਨਾਲ ਇੱਕ ਦੂਸਰੇ ਦੇ ਵੱਲ ਨੂੰ ਇਸ਼ਾਰੇ ਕਰਕੇ ਇੱਕ ਦੂਸਰੇ ਨੂੰ ਸੰਗਤ ਕਹਿ ਰਹੀ ਹੈ ਕਿ ਧੰਨ ਗੁਰੂ ਕਲਗੀਧਰ ਮਹਾਰਾਜ ਜਿਹੜਾ ਅੱਜ ਚੋਜ ਵਰਤਾ ਰਹੇ ਨੇ, ਜੋ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਸਾਡੀ ਸਮਝ ਤੋਂ ਪਰੇ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਵੀ ਇਸ ਤਰ੍ਹਾਂ ਬਚਨ ਕੀਤੇ ਹਨ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਤੂੰ 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 ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। मेरी मत थोरी, मेरी मत थोरी, मेरी मत थोरी, मेरी मत थोरी, मेरी मत थोड़ी, मेरी मत थोड़ी, तू समरथ बड़ा मेरी मत थोरी राम, तू समरथ बड़ा मेरी मत थोरी राम। तू समरथ वड्डा मेरी मत थोरी राम। सच्चे पातशाह गुरु ग्रंथ साहिब महाराज कहते
प्यार वाला गुरु का सिख कहंदा सच्चे पातशाह मेरी मत मेरी बुद्धि बड़ी छोटी है ते तुसी समर्थ हो, गुणां दे भंडार हो, कौतकां दे नाल भरे हुए हो। सिख बड़े हैरान ने, वेखदे ही वेखदे कलगीधर महाराज ने इशारा किया, एक अपने हजूरी सिख नूं कहा कि जाओ एक पानी दी भरी हुई बाल्टी लैके आओ। गुरु का हजूरी सिख गया ते जाके पानी दी भरी बाल्टी लैके कलगीधर महाराज जी दे चरनां विच हाजिर कीती। ते जदों महाराज जी दे चरनां विच भरी हुई पानी दी बाल्टी हाजिर कीती, संगत दे वेखदियां वेखदियां गुरु कलगीधर महाराज ते हत्थां दे विच जिहड़ा वो पत्थर दा टुकड़ा सी वो पानी दी बाल्टी विच जाके डिग पिया। ਜਦੋਂ पानी की बाल्टी दे विच वो पत्थर डिग्या तो साध संगत जी सुभाविक गल है, पत्थर जदों पानी विच डिगदा है तो अक्सर पत्थर डुब जाता है। तो जदों पानी की बाल्टी दे विच वो पत्थर डुबिया, सारी संगत ने एक कौतक वेखिया ते धन गुरु कलगीधर महाराज जी इशारा करके संगत नूं पुछदे ने, कहंदे संगत जी दसो ये पानी दे विच पत्थर डुबिया क्यों है। पर संगत नूं नहीं सी पता कि महाराज जी की समझाउणा चाहुंदे ने। कई बार गुरु की बाणी सानू समझाउणा चाहुंदी है किसी रूप दे विच। बहुत सारे हर एक चीज़ का जवाब, हर एक साध संगत जी प्रश्न का उत्तर जिहड़ा गुरु साहब की बाणी सानू दिंदी है। पर गुरबाणी दे उत्ते भरोसे की गल है, जिन्हां ने गुरु की बाणी ते भरोसा किया है उन्हां नूं हर एक चीज़ का जवाब गुरु ग्रंथ साहिब जी महाराज पासों मिल जाता। एक महापुरख होए ने बाबा हरनाम सिंह जी रामपुर खेड़े वाले, हुशियारपुर दे विच रामपुर खेड़ा पिंड पैंदा है। उत्थों दे महापुरख बाबा हरनाम सिंह जी रामपुर खेड़े वाले बड़े कमाई वाले महापुरख सी। वो बाणी पढ़न वाले, गुरु के उपदेश के बचनों के उत्ते चलण वाले सन और सादा जीवन सी उन्हां दा। बहुत सारे ऐसे सतपुरख गुरमुख प्यारे होए ने सिख जगत दे विच जिन्हां दा जीवन भावें सादा सी पर वो गुरबाणी के बचनों अनुसार अपना जीवन चलाउंदे सी और होरना वास्ते प्रेरणादायक सी। बहुत सारे ऐसे गुरमुखां दा जीवन जिहड़ा पढ़न सुनन नूं आपां नूं प्राप्त हुंदा है। उन्होंने साध संगत जी जदों कोई काम शुरू करना, जदों कुछ भी उन्होंने करना तो धन श्री गुरु ग्रंथ साहिब महाराज के चरनां च आके श्री गुरु ग्रंथ साहिब महाराज सच्चे पातशाह जी की बाणी का हुक्मनामा लैना। जदों हुक्मनामा लैना तो जेकर तां श्री गुरु ग्रंथ साहिब महाराज जी के हुक्मनामे दे विच उस कारज नूं करन दी गल गुरु ग्रंथ साहिब महाराज करदे हुक्मनामे दे विच ते फिर उन्होंने वो कारज करना ते नहीं उस कारज नूं उन्होंने नहीं करना। हर वार उन्होंने गुरु ग्रंथ साहिब महाराज जी अगे अरदास करनी ते हुक्मनामा लैना। मर्यादा भी ऐसी ही है, जदों भी असीं कोई भी कारज करते हैं असी गुरु ग्रंथ साहिब महाराज जी के अगे अरदास करते हाँ उस कारज के निमित्त। उस तो बाद फिर असी गुरु ग्रंथ साहिब महाराज जी का हुक्मनामा जां तां आप पढ़ते हैं जां सुनते हैं। उस हुक्म दे विच गुरु साहब जी का उपदेश हुंदा है जिहड़ा सानू राह विखाउंदा है। ते इस तरह कई बार जो साडे मन के ख्याल हुंदे ने, जो साडियां मन दीयां इच्छावां हुंदियां ने जां जो असी मन च सोचिया हुंदा है, उसे तरह दीयां पंक्तियां उसे तरह का उपदेश श्री गुरु ग्रंथ साहिब महाराज जी की बाणी च सुनन नूं जां पढ़न नूं सानूं मिल जाता है। क्योंकि गुरु साहब जी प्रतख ने, प्रतख गुरु निस्तारे। गुरु ग्रंथ साहिब महाराज प्रतख गुरु ने, घटां घटां दीयां जानन वाले ने। ते जिहो जी मनसा, जिहो जी इच्छा, जिहो जे ख्याल लैके गुरु ग्रंथ साहिब जी के चरनां च पाउणे आ, उहो जिहा साध संगत जी उपदेश गुरु साहब सानू बख्शदे ने। पर ये ध्यान की गल है, जदों आपां गुरु जी के बचनों नूं ध्यान नाल सुणांगे फिर सानू
ਪਤਾ ਲੱਗ ਜਾਏਗਾ ਕਿ ਆਹ ਪੰਕਤੀ ਵਿੱਚ, ਆਹ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਮੈਨੂੰ ਆਹ ਗੱਲ ਸਮਝਾਈ ਹੈ। ਪਰ ਬਹੁਤਾਤ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ, ਪਹਿਲੀ ਗੱਲ ਤਾਂ ਬਹੁਤਾਤ ਗਿਣਤੀ ਐਸੀ ਹੈ ਜਿਹੜੀ ਪਿਆਰ ਨਾਲ ਸੁਣਦੀ ਨਹੀਂ ਹੈ। ਬਹੁਤ ਸਾਰੇ ਐਸੇ ਨੇ ਜਿਹੜੇ ਪਿਆਰ ਨਾਲ ਸੁਣਦੇ ਨਹੀਂ, ਪਿਆਰ ਨਾਲ ਪੜ੍ਹਦੇ ਨਹੀਂ। ਤੇ ਜੇ ਪਿਆਰ ਨਾਲ ਪੜ੍ਹਿਆ ਜਾਏਗਾ, ਜੇ ਪਿਆਰ ਨਾਲ ਸੁਣਿਆ ਜਾਏਗਾ, ਤਾਂ ਹੀ ਪਿਆਰ ਦੇ ਨਾਲ ਗੁਰੂ ਜੀ ਦੇ ਬਚਨਾਂ ਤੇ ਚੱਲਿਆ ਜਾਵੇਗਾ। ਸਾਰੀ ਪਿਆਰ ਦੀ ਖੇਡ ਹੈ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਜਿੰਨੀ ਵੀ ਬਾਣੀ ਆਪਾਂ ਪੜ੍ਹਨੀ ਹੈ, ਜਿੰਨੀ ਵੀ ਬਾਣੀ ਆਪਾਂ ਸੁਣਨੀ ਹੈ, ਉਹਨੂੰ ਬੜੇ ਆਪਾਂ ਧਿਆਨ ਨਾਲ, ਬੜੇ ਪਿਆਰ ਦੇ ਨਾਲ ਪੜ੍ਹਨਾ ਤੇ ਸੁਣਨਾ ਹੈ। ਇੱਥੇ ਥੋੜੀ ਤੇ ਬਹੁਤੀ ਦੀ ਗੱਲ ਨਹੀਂ। ਸਤਿਗੁਰੂ ਜੀ ਨੇ ਕਿਹਾ, ਸਤਿਗੁਰੂ ਕਹਿੰਦੇ ਨੇ, ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ। ਥੋੜਾ ਜਿਹਾ ਵੀ ਗੁਰੂ ਜੀ ਦਾ ਬਚਨ, ਗੁਰੂ ਦਾ ਉਪਦੇਸ਼ ਸਾਡੇ ਹਿਰਦੇ 'ਚ ਵਸ ਜਾਵੇ, ਉਹਦੇ ਨਾਲ ਹੀ ਸਾਧ ਸੰਗਤ ਜੀ ਸਾਨੂੰ ਬਹੁਤ ਕੁਝ ਪ੍ਰਾਪਤ ਹੋ ਜਾਵੇ। ਸੋ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਕੌਤਕ ਨੂੰ ਗੁਰੂ ਕੀਆਂ ਸੰਗਤਾਂ ਵੇਖ ਰਹੀਆਂ। ਪਾਣੀ ਵਿੱਚੋਂ ਪੱਥਰ ਡੁੱਬ ਗਿਆ। ਮਹਾਰਾਜ ਪੁੱਛ ਰਹੇ ਨੇ, ਕਹਿੰਦੇ ਸੰਗਤ ਜੀ ਦੱਸੋ, ਇਹ ਪਾਣੀ ਵਿੱਚ ਪੱਥਰ ਡੁੱਬਿਆ ਕਿਉਂ ਹੈ? ਹੁਣ ਸਾਧ ਸੰਗਤ ਜੀ ਸਾਰਿਆਂ ਦੀ ਆਪੋ ਆਪਣੀ ਮਤ ਹੈ। ਹਰ ਜਗ੍ਹਾ ਅਸੀਂ ਆਪਣੀ ਮਤ ਵਰਤਦੇ ਹਾਂ। ਜਿੰਨੀ ਕਿਸੇ ਨੂੰ ਸੋਝੀ ਹੈ ਉਹਨਾਂ ਕੁ ਆਪਾਂ ਦੱਸ ਦਿੰਦੇ ਹਾਂ। ਆਪ ਆਪਣੀ ਬੁੱਧ ਹੈ ਜੇਤੀ, ਆਪੋ ਆਪਣੀ ਮਤ ਹੈ, ਆਪੋ ਆਪਣੀ ਬੁੱਧ ਹੈ। ਸੰਗਤ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਸੱਚੇ ਪਾਤਸ਼ਾਹ ਜੀ ਪੱਥਰ ਪਾਣੀ ਵਿੱਚ ਡੁੱਬੀ ਜਾਂਦੇ ਨੇ, ਪੱਥਰ ਕਦੇ ਪਾਣੀ ਵਿੱਚ ਤੈਰਦੇ ਨਹੀਂ ਹਨ, ਇਸ ਕਰਕੇ ਪੱਥਰ ਪਾਣੀ 'ਚ ਡੁੱਬ ਗਿਆ। ਕਿਤੋਂ ਆਵਾਜ਼ ਆਉਂਦੀ ਸੰਗਤ ਦੇ ਵਿੱਚੋਂ, ਸੱਚੇ ਪਾਤਸ਼ਾਹ ਜੀ ਪੱਥਰ ਭਾਰਾ ਹੁੰਦਾ ਹੈ, ਭਾਰਾ ਹੋਣ ਦੇ ਕਾਰਨ ਪੱਥਰ ਪਾਣੀ ਵਿੱਚ ਡੁੱਬ ਗਿਆ। ਇਸ ਤਰ੍ਹਾਂ ਦੇ ਸਾਧ ਸੰਗਤ ਜੀ ਜਵਾਬ ਸੰਗਤ ਦੇ ਵਿੱਚੋਂ ਆ ਰਹੇ ਨੇ। ਕਲਗੀਧਰ ਮਹਾਰਾਜ ਉਹਨਾਂ ਸੰਗਤ ਦੇ ਦਿੱਤੇ ਜਵਾਬਾਂ ਨੂੰ ਸੁਣ ਰਹੇ ਨੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਜੀ ਦੇ ਮਹਾਨ ਸਿੱਖ, ਜਿਨ੍ਹਾਂ ਨੂੰ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦਾ ਸ਼੍ਰੋਮਣੀ ਕਵੀ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਨਾਂ ਇਤਿਹਾਸ ਦੇ ਵਿੱਚ ਭਾਈ ਨੰਦ ਲਾਲ ਜੀ ਆਇਆ। ਭਾਈ ਨੰਦ ਲਾਲ ਜੀ ਗੋਇਆ ਬਹੁਤ ਵੱਡੇ ਕਵੀ ਹੋਏ ਨੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦੇ। 52 ਕਵੀ ਸਨ ਮਹਾਰਾਜ ਦੇ ਦਰਬਾਰ ਵਿੱਚ, ਜੋ ਕਵਿਤਾਵਾਂ ਗਾਉਂਦੇ ਸੀ। ਉਹਨਾਂ 52 ਕਵੀਆਂ ਦੇ ਵਿੱਚੋਂ ਸ਼੍ਰੋਮਣੀ ਕਵੀ ਭਾਈ ਨੰਦ ਲਾਲ ਜੀ ਹੋਏ ਨੇ, ਜਿਹੜੇ ਪਹਿਲਾਂ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿੰਦੇ ਸਨ। ਕਲਗੀਧਰ ਮਹਾਰਾਜ ਜੀ ਦੀ ਉਸਤਤ ਸੁਣ ਕੇ ਫਿਰ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ। ਐਸੀ ਬਖਸ਼ਿਸ਼ ਹੋਈ, ਐਸੀ ਕਿਰਪਾ ਹੋਈ, ਮੁੜ ਕੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਕਿਤੇ ਹੋਰ ਨਾ ਗਏ। ਜਿਹੜਾ ਵੀ ਗੁਰੂ ਕਲਗੀਧਰ ਮਹਾਰਾਜ ਜੀ ਦਾ ਬਣ ਜਾਂਦਾ ਸੀ, ਸਾਧ ਸੰਗਤ ਜੀ ਉਹ ਕਿਸੇ ਦੂਸਰੇ ਵੱਲ ਵੇਖਦਾ ਵੀ ਨਹੀਂ ਸੀ। ਐਸੀ ਕਸ਼ਿਸ਼ ਸੀ ਮਹਾਰਾਜ ਜੀ ਦੇ। ਸਾਧ ਸੰਗਤ ਜੀ ਦਰਬਾਰ ਵਿੱਚ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਭਾਈ ਨੰਦ ਲਾਲ ਜੀ ਮਹਾਰਾਜ ਦੇ ਚਰਨਾਂ 'ਚ ਬੈਠੇ ਨੇ। ਨੀਵੀਂ ਪਾਈ ਹੋਈ ਹੈ, ਕਿਉਂਕਿ ਜਿਹੜੇ ਗੁਰੂ ਕੇ ਸਿੱਖ ਨਿਮਰਤਾ ਵਾਲੇ ਹੁੰਦੇ ਨੇ, ਉਹ ਗੁਰੂ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਵਿੱਚ, ਬੜੀ ਨਿਮਰਤਾ ਦੇ ਵਿੱਚ ਬਹਿੰਦੇ ਨੇ। ਸਦਾ ਹੀ ਆਪਣੇ ਆਪ ਨੂੰ ਨੀਵਾਂ ਹੋ ਕੇ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਗੁਰੂ ਵੱਡਾ ਹੈ ਤੇ ਅਸੀਂ ਛੋਟੇ ਹਾਂ। ਭਾਈ ਨੰਦ ਲਾਲ ਜੀ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਬੈਠੇ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨੇ ਕਿ ਨੰਦ ਲਾਲ ਜੀ ਤੁਸੀਂ ਦੱਸੋ ਕਿ ਇਹ ਜਿਹੜਾ ਪੱਥਰ ਸੀ ਸਾਡੇ ਹੱਥਾਂ ਦੇ ਵਿੱਚ, ਇਹ ਪਾਣੀ ਵਿੱਚ ਕਿਉਂ ਡੁੱਬ ਗਿਆ? ਤੇ ਭਾਈ ਨੰਦ ਲਾਲ ਜੀ ਜਿਹੜੇ ਗੁਣਾਂ ਦੇ ਖਜ਼ਾਨੇ ਸੀ, ਉਹਨਾਂ ਦੀਆਂ ਗਜ਼ਲਾਂ ਵੀ ਉਹਨਾਂ ਦੀ ਲਿਖਤ ਮਿਲਦੀ ਹੈ। ਗੁਰੂ ਕਲਗੀਧਰ ਮਹਾਰਾਜ ਦੀ ਉਸਤਤ ਦੇ ਵਿੱਚ ਬਹੁਤ ਸਾਰੀਆਂ ਗਜ਼ਲਾਂ ਭਾਈ ਨੰਦ ਲਾਲ ਜੀ ਨੇ ਲਿਖੀਆਂ, ਗਾਈਆਂ ਵੀ। ਸੋ ਬੜੇ ਵਿਦਵਾਨ ਸਨ ਭਾਈ ਨੰਦ ਲਾਲ ਜੀ, ਔਰ ਗੁਰੂ ਕਲਗੀਧਰ ਮਹਾਰਾਜ ਦੇ ਬੜੇ ਨਿਕਟਵਰਤੀ ਸਨ, ਬੜੇ ਨੇੜੇ ਰਹਿਣ ਵਾਲੇ ਸੀ। ਸਰੀਰ ਕਰਕੇ ਹੀ ਨਹੀਂ, ਮਨ ਕਰਕੇ ਵੀ ਨੇੜੇ ਸੀ। ਜਿਹਦੇ ਮਨ ਕਰਕੇ ਅਸੀਂ ਨੇੜੇ ਹੁੰਨੇ, ਉਹਦੀ ਹਰ ਇੱਕ ਗੱਲ ਅਸੀਂ ਸਮਝ ਜਾਂਦੇ ਹਾਂ। ਜਿਹਦੇ ਮਨ ਕਰਕੇ ਅਸੀਂ ਨੇੜੇ ਹੋਵਾਂਗੇ, ਉਹਦੀ ਹਰ ਇੱਕ ਗੱਲ
ਅਸੀਂ ਆਪਣੇ ਆਪ ਹੀ ਸਮਝ ਲਾਵਾਂਗੇ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਨੂੰ ਜਦੋਂ ਕਲਗੀਧਰ ਮਹਾਰਾਜ ਨੇ ਪੁੱਛਿਆ, ਹੱਥ ਜੋੜ ਲਏ, ਬੜੀ ਨਿਮਰਤਾ ਦੇ ਵਿੱਚ ਭਾਈ ਨੰਦ ਲਾਲ ਜੀ ਕਹਿੰਦੇ, ਸੱਚੇ ਪਾਤਸ਼ਾਹ ਇਹ ਪੱਥਰ ਦੀ ਕੀ ਮਜਾਲ ਸੀ ਕਿ ਇਹ ਪੱਥਰ ਪਾਣੀ ਵਿੱਚ ਡੁੱਬ ਜਾਂਦਾ। ਸੱਚੇ ਪਾਤਸ਼ਾਹ ਜੀ, ਇਸ ਪੱਥਰ ਨੇ ਤੁਹਾਡੇ ਪਵਿੱਤਰ ਹਸਤ ਕਮਲਾਂ ਨੂੰ ਛੱਡ ਦਿੱਤਾ। ਇਹ ਪੱਥਰ ਤੁਹਾਡੇ ਹੱਥਾਂ ਚੋਂ ਨਿਕਲ ਗਿਆ। ਜੇਕਰ ਇਹ ਤੁਹਾਡੇ ਹੱਥਾਂ ਵਿੱਚੋਂ ਨਾ ਨਿਕਲਦਾ ਤੇ ਇਹ ਪੱਥਰ ਕਦੇ ਨਾ ਡੁੱਬਦਾ। ਇਸ ਪੱਥਰ ਦੇ ਡੁੱਬਣ ਦਾ ਕਾਰਨ ਕੀ ਬਣਿਆ ਕਿ ਇਹ ਤੁਹਾਡੇ ਪਵਿੱਤਰ ਹੱਥਾਂ ਵਿੱਚੋਂ ਨਿਕਲ ਗਿਆ। ਬੜਾ ਵਿਲੱਖਣ ਜਵਾਬ ਭਾਈ ਨੰਦ ਲਾਲ ਜੀ ਨੇ ਦਿੱਤਾ ਕਿ ਮਹਾਰਾਜ, ਤੁਹਾਡੇ ਹੱਥਾਂ ਵਿੱਚੋਂ ਨਿਕਲਣ ਕਰਕੇ ਹੀ ਪੱਥਰ ਇਹ ਡੁੱਬ ਗਿਆ। ਜੇਕਰ ਤੁਹਾਡੇ ਹੱਥਾਂ ਦੇ ਨਾਲ ਇਹ ਜੁੜਿਆ ਰਹਿੰਦਾ, ਇਹ ਤੁਹਾਡੇ ਹੱਥਾਂ ਵਿੱਚ ਰਹਿੰਦਾ, ਕਦੇ ਇਹ ਪੱਥਰ ਡੁੱਬਣਾ ਨਹੀਂ ਸੀ ਪਾਣੀ 'ਚ। ਸਤਿਗੁਰੂ ਮਹਾਰਾਜ ਜੀ ਭਾਈ ਨੰਦ ਲਾਲ ਜੀ ਦਾ ਜਵਾਬ ਸੁਣ ਕੇ ਬੜੇ ਖੁਸ਼ ਹੋਏ ਔਰ ਸੰਗਤ ਨੂੰ ਸਤਿਗੁਰੂ ਜੀ ਨੇ ਸੰਬੋਧਨ ਕਰਕੇ ਕਿਹਾ, ਸੰਗਤ ਜੀ ਇਹ ਤੁਹਾਡੇ ਸਵਾਲ ਦਾ ਜਵਾਬ ਹੈ। ਸੱਚੇ ਪਾਤਸ਼ਾਹ ਮਹਾਰਾਜ, ਕਿਹੜੇ ਸਵਾਲ ਦਾ ਜਵਾਬ? ਕਲਗੀਧਰ ਜੀ ਕਹਿੰਦੇ, ਤੁਸੀਂ ਪੁੱਛਿਆ ਸੀ ਕਿ ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਜੁੜਨ ਦਾ ਫਾਇਦਾ ਕੀ ਹੈ, ਤੇ ਜੇਕਰ ਕੋਈ ਗੁਰੂ ਦੇ ਉਪਦੇਸ਼ ਨਾਲੋਂ, ਗੁਰੂ ਦੀ ਬਾਣੀ ਨਾਲ ਟੁੱਟ ਜਾਵੇ ਤੇ ਉਹਦਾ ਨੁਕਸਾਨ ਕੀ ਹੈ। ਤੇ ਧੰਨ ਗੁਰੂ ਕਲਗੀਧਰ ਜੀ ਕਹਿੰਦੇ, ਇਹਦਾ ਜਵਾਬ ਭਾਈ ਨੰਦ ਲਾਲ ਨੇ ਦਿੱਤਾ। ਸੰਗਤ ਕਹਿੰਦੀ, ਮਹਾਰਾਜ ਜੀ ਅਸੀਂ ਸਮਝੇ ਨਹੀਂ। ਸਤਿਗੁਰੂ ਕਹਿੰਦੇ, ਵੇਖੋ, ਜਿਵੇਂ ਇਹ ਪੱਥਰ ਜਦੋਂ ਤੱਕ ਤਾਂ ਸਾਡੇ ਹੱਥਾਂ ਵਿੱਚ ਸੀ, ਉਦੋਂ ਤੱਕ ਤਾਂ ਇਹ ਸੇਫ ਸੀ, ਇਹ ਸੁਰੱਖਿਅਤ ਸੀ। ਪਰ ਜਦੋਂ ਹੀ ਸਾਡੇ ਹੱਥਾਂ ਚੋਂ ਨਿਕਲਿਆ, ਹੋਇਆ ਕਿ ਇਹ ਪੱਥਰ ਪਾਣੀ ਦੀ ਭਰੀ ਹੋਈ ਬਾਲਟੀ ਦੇ ਵਿੱਚ ਡੁੱਬ ਗਿਆ। ਭਾਵ ਪਾਣੀ ਨੇ ਇਹਨੂੰ ਆਪਣੇ ਵਿੱਚ ਸਮਾ ਲਿਆ। ਜਦੋਂ ਤੱਕ ਸਾਡੇ ਹੱਥਾਂ ਵਿੱਚ ਸੀ ਉਦੋਂ ਤੱਕ ਇਹ ਬਾਹਰ ਸੀ, ਹੁਣ ਪਾਣੀ ਦੇ ਵਿੱਚ ਡੁੱਬ ਗਿਆ ਹੈ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸੰਗਤ ਜੀ ਐਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਗੁਰੂ ਦੀ ਬਾਣੀ ਨਾਲ, ਗੁਰੂ ਦੇ ਉਪਦੇਸ਼ ਨਾਲ ਜੁੜਿਆ ਰਹੇਗਾ, ਉਹ ਤਾਂ ਜੀਵਨ ਕਰਕੇ ਬਚਿਆ ਰਹੇਗਾ। ਤੇ ਜਿਹੜਾ ਗੁਰੂ ਕਾ ਸਿੱਖ ਗੁਰੂ ਦੀ ਬਾਣੀ ਨਾਲੋਂ ਟੁੱਟ ਗਿਆ, ਜਿਹੜਾ ਗੁਰੂ ਕਾ ਸਿੱਖ ਗੁਰੂ ਦੀ ਬਾਣੀ ਤੋਂ, ਗੁਰੂ ਦੇ ਉਪਦੇਸ਼ ਤੋਂ ਦੂਰ ਹੋ ਗਿਆ, ਉਹਦਾ ਹਸ਼ਰ ਵੀ ਐਸੇ ਤਰ੍ਹਾਂ ਹੋਣਾ ਜਿਵੇਂ ਇਸ ਪੱਥਰ ਦਾ ਹੋਇਆ। ਜਿਵੇਂ ਪੱਥਰ ਪਾਣੀ ਵਿੱਚ ਡੁੱਬ ਗਿਆ ਸਾਡੇ ਹੱਥਾਂ ਚੋਂ ਨਿਕਲਣ ਕਰਕੇ, ਗੁਰੂ ਦੇ ਉਪਦੇਸ਼ ਤੋਂ ਵੀ ਦੂਰ ਹੋ ਕੇ, ਗੁਰੂ ਦੇ ਉਪਦੇਸ਼ ਦੇ ਕੋਲੋਂ ਵੀ ਦੂਰ ਹੋ ਕੇ, ਗੁਰੂ ਕੇ ਸਿੱਖ ਦਾ ਜਿਹੜਾ ਜੀਵਨ ਹੈ ਉਹ ਵੀ ਡੁੱਬ ਜਾਂਦਾ ਹੈ। ਗੁਰੂ ਕਾ ਸਿੱਖ ਵੀ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ। ਭਾਵ ਮਨਮੁਖਤਾਈ ਦੇ ਰਸਤੇ ਦੇ ਉੱਤੇ ਚੱਲ ਜਾਂਦਾ ਹੈ। ਇਸ ਕਰਕੇ ਗੁਰੂ ਦੇ ਨਾਲ ਜੁੜਨ ਕਰਕੇ ਇਹ ਮਨੁੱਖ ਜੀਵਨ ਕਰਕੇ ਬਚਿਆ ਰਹਿੰਦਾ ਹੈ, ਔਗਣਾਂ ਤੋਂ ਬਚਿਆ ਰਹਿੰਦਾ ਹੈ ਔਰ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਜਿਵੇਂ ਇੱਕ ਉਦਾਹਰਨ ਦਿੱਤੀ ਜਾਂਦੀ ਸੀ ਪੁਰਾਣੇ ਸਮੇਂ ਦੀ, ਕਿ ਜਦੋਂ ਹੱਥਾਂ ਵਾਲੀ ਚੱਕੀ ਚਲਾਈ ਜਾਂਦੀ ਸੀ ਨਾ, ਘਰਾਂ ਦੇ ਵਿੱਚ ਪਹਿਲਾਂ ਹੱਥਾਂ ਵਾਲੀਆਂ ਚੱਕੀਆਂ ਹੁੰਦੀਆਂ ਸੀ, ਹੁਣ ਤਾਂ ਘਰਾਂ ਦੇ ਵਿੱਚ ਨਹੀਂ ਹਨ। ਟਾਈਮ ਚੇਂਜ ਹੋ ਗਿਆ, ਸਮਾਂ ਬਦਲ ਗਿਆ। ਪੁਰਾਣੇ ਸਮਿਆਂ ਵਿੱਚ ਹੱਥ ਵਾਲੀ ਚੱਕੀ ਘਰ 'ਚ ਹੁੰਦੀ ਸੀ, ਉਹਦੇ ਨਾਲ ਸਾਸਨੀ ਦਾਣੇ ਪੀਏ ਜਾਂਦੇ ਸੀ ਤੇ ਆਟਾ ਬਣਾਇਆ ਜਾਂਦਾ ਸੀ। ਮਾਈਆਂ ਬੀਬੀਆਂ ਜਿਹੜੀਆਂ ਉਸ ਚੱਕੀ ਨੂੰ ਚਲਾ ਕੇ ਦਾਣੇ ਪੀਂਦੀਆਂ ਸਨ, ਉਹਦੀ ਇੱਕ ਥਿਊਰੀ ਹੁੰਦੀ ਸੀ, ਉੱਤੋਂ ਦਾਣੇ ਪਾਏ ਜਾਂਦੇ ਸੀ ਤੇ ਉਹ ਦਾਣੇ ਚੱਕੀ ਦੇ ਪੁੜਾਂ ਦੇ ਹੇਠਾਂ ਆ ਕੇ ਉਹਨਾਂ ਦਾਣਿਆਂ ਦਾ ਆਟਾ ਬਣਦਾ ਸੀ। ਤੇ ਸਾਧ ਸੰਗਤ ਜੀ, ਉਹ ਜਿਹੜੇ ਦਾਣੇ ਉੱਤੋਂ ਪਾਏ ਜਾਂਦੇ ਸੀ ਤੇ ਬਾਕੀ ਸਾਰੇ ਦਾਣੇ ਪੀਸੇ ਜਾਂਦੇ ਸੀ। ਕੁਝ ਦਾਣੇ ਉਸ ਚੱਕੀ ਦੀ ਜੋ ਸੈਂਟਰ ਵਾਲੀ ਕੀਲੀ ਹੁੰਦੀ ਸੀ ਤੇ ਉਹ ਕੀਲੀ ਦੇ ਨਾਲ ਜੁੜੇ ਰਹਿੰਦੇ ਸੀ। ਚੱਕੀ ਚੱਲਦੀ ਰਹਿੰਦੀ ਸੀ, ਦਾਣੇ ਉੱਤੋਂ ਪਾਏ ਜਾਂਦੇ ਰਹਿੰਦੇ ਸੀ ਔਰ ਬਹੁਤ ਸਾਰੇ ਦਾਣੇ ਚੱਕੀ ਦੇ ਪੁੜਾਂ ਦੇ ਹੇਠਾਂ ਆ ਕੇ ਪੀਸੇ ਜਾਂਦੇ ਸੀ, ਉਹਨਾਂ ਦਾ ਆਟਾ ਬਣ ਜਾਂਦਾ ਸੀ। ਪਰ ਜੋ ਦਾਣੇ ਉਸ ਕੀਲੀ ਦੇ ਨਾਲ ਜੁੜੇ ਰਹਿੰਦੇ ਸੀ ਉਹ ਬਚੇ ਰਹਿੰਦੇ ਸੀ, ਸੇਫ ਰਹਿੰਦੇ ਸੀ। ਉਹ ਦਾਣੇ ਚੱਕੀ ਦੇ ਪੁੜਾਂ ਦੇ ਹੇਠਾਂ ਦਰੜੇ ਨਹੀਂ ਸੀ ਜਾਂਦੇ, ਉਹ ਹਮੇਸ਼ਾ ਬਚੇ ਹੀ ਰਹਿੰਦੇ ਸੀ, ਜਿਹੜੇ ਨਾਲ ਜੁੜੇ ਰਹਿੰਦੇ ਸੀ। ਇਹ ਉਸ ਚੱਕੀ ਦੀ ਥਿਊਰੀ ਸੀ। ਹੁਣ ਵੀ ਜਿੱਥੇ ਚੱਕੀਆਂ ਨੇ ਆਪਾਂ ਵੇਖ ਸਕਦੇ ਹਾਂ
ਉਹ ਕਿਵੇਂ ਕੰਮ ਕਰਦੀ ਹੈ। ਸੋ ਇਸੇ ਤਰ੍ਹਾਂ ਗੁਰੂ ਦੀ ਬਾਣੀ ਰੂਪ ਕਿੱਲੀ ਦੇ ਨਾਲ ਅਸੀਂ ਜਦੋਂ ਤੱਕ ਜੁੜੇ ਰਵਾਂਗੇ ਉਦੋਂ ਤੱਕ ਸੁਰੱਖਿਅਤ ਹਾਂ। ਤੇ ਜਦੋਂ ਹੀ ਅਸੀਂ ਗੁਰੂ ਦੀ ਬਾਣੀ ਤੋਂ, ਗੁਰੂ ਦੀ ਬਾਣੀ ਦੀ ਕਿੱਲੀ ਤੋਂ ਦੂਰ ਹੋ ਗਏ ਤੇ ਸਾਧ ਸੰਗਤ ਜੀ ਫਿਰ ਸਾਡਾ ਜੀਵਨ ਨਰਕ ਦੇ ਵਿੱਚ ਪੈ ਜਾਵੇਗਾ। ਸੋ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡਾ ਖਜ਼ਾਨਾ ਦਿੱਤਾ ਹੈ ਗੁਰਸਿੱਖਾਂ ਤਾਈਂ। ਸੋ ਇਸ ਖਜ਼ਾਨੇ ਨੂੰ ਆਪਾਂ ਵਰਤੀਏ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾ ਮੇਰੇ ਮਨ ਭਿਆ ਨਿਧਾਨਾ। ਇਹ ਸਾਡੇ ਗੁਰੂ ਸਾਹਿਬਾਨਾਂ ਦਾ ਅਮੋਲਕ ਖਜ਼ਾਨਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਖਜ਼ਾਨੇ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਤੋਂ ਲਿਆਂਦਾ। ਜਦੋਂ ਬੇਈ ਦੇ ਵਿੱਚ ਚੁੱਭੀ ਮਾਰੀ ਨਾ ਮਹਾਰਾਜ ਜੀ ਨੇ ਸੁਲਤਾਨਪੁਰ ਦੀ ਧਰਤੀ ਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਈ ਨਦੀ ਦੇ ਵਿੱਚ ਚੁੱਭੀ ਮਾਰੀ। 3 ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਬੇਈ ਨਦੀ ਦੇ ਵਿੱਚੋਂ ਨਹੀਂ ਨਿਕਲੇ। ਤੇ ਜਦੋਂ ਤੀਸਰੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਬੇਈ ਨਦੀ ਵਿੱਚੋਂ ਬਾਹਰ ਨਿਕਲੇ ਤੇ ਉਸ ਵੇਲੇ ਜਿਹੜਾ ਮੂਲ ਮੰਤਰ ਆਪਾਂ ਪੜ੍ਹਦੇ ਹਾਂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਇਹ ਜਿਹੜਾ ਮੂਲ ਮੰਤਰ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਲਿਆਏ ਸੀ। ਬੇਈ ਦੇ ਵਿੱਚੋਂ ਬਾਹਰ ਨਿਕਲ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਤੁਰਕੀ ਬਾਣੀ ਦਾ ਪ੍ਰਚਾਰ ਆਰੰਭ ਕੀਤਾ। ਸੋ ਉਹ ਬਾਣੀ ਗੁਰੂ ਨਾਨਕ ਸਾਹਿਬ ਜੀ ਧੁਰ ਦਰਗਾਹ ਚੋਂ ਲਿਆਏ ਤੇ ਇਸ ਬਾਣੀ ਤੇ ਪਹਿਰਾ ਦਿੱਤਾ। 10 ਪਾਤਸ਼ਾਹੀਆਂ ਨੇ, ਗੁਰੂ ਕਲਗੀਧਰ ਮਹਾਰਾਜ ਨੇ ਗੁਰੂ ਦਾ ਖਿਤਾਬ ਦਿੱਤਾ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਰੀਰ ਕਰਕੇ ਵੀ ਔਰ ਮਨ ਕਰਕੇ ਵੀ। ਸਰੀਰ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਸਤਿਕਾਰ ਕਰਦੇ ਹਾਂ, ਸੋਹਣੇ ਸੋਹਣੇ ਵਸਤਰ ਮਹਾਰਾਜ ਜੀ ਨੂੰ ਅਰਪਣ ਕਰਦੇ ਹਾਂ, ਕਿੰਨੀਆਂ ਭੇਟਾਵਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕਰਦੇ ਹਾਂ। ਮਨ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੀਏ। ਕਿਵੇਂ? ਗੁਰੂ ਜੀ ਦੀ ਬਾਣੀ ਨੂੰ ਬੜੇ ਪਿਆਰ ਵਿੱਚ ਪੜ੍ਹੀਏ, ਬੜੇ ਪਿਆਰ ਵਿੱਚ ਸੁਣੀਏ, ਬੜੇ ਪਿਆਰ ਦੇ ਨਾਲ ਗੁਰੂ ਜੀ ਦੀ ਬਾਣੀ ਨੂੰ ਆਪਾਂ ਵਿਚਾਰ ਕੇ ਆਪਣੇ ਮਨ ਵਿੱਚ ਵਸਾਈਏ। ਫਿਰ ਸਾਧ ਸੰਗਤ ਜੀ ਸਾਡਾ ਜੀਵਨ ਸਫਲ ਹੋਏਗਾ। ਸੇਵਕ ਪਰਿਵਾਰ ਤੇ ਸਤਿਗੁਰੂ ਨੇ ਕਿਰਪਾ ਕਰਕੇ ਆਪਣੇ ਚਰਨ ਪਰਸਨ ਦਾ ਸਮਾਂ ਸੇਵਕਾਂ ਨੂੰ ਬਖਸ਼ਿਆ। ਧੁਰਕੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਅੰਮ੍ਰਿਤ ਵੇਲੇ ਤੋਂ। ਸੋ ਸੰਧਿਆ ਦੇ ਸਮੇਂ ਦੀ ਆਪਾਂ ਹਾਜ਼ਰੀ ਭਰੀ ਹੈ। ਕੁਝ ਗੁਰਬਾਣੀ ਦੀਆਂ, ਕੁਝ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਉਮੀਦ ਹੈ ਕਿ ਗੁਰੂ ਜੀ ਦੇ ਬਚਨ ਸਾਡੇ ਹਿਰਦੇ 'ਚ ਵਸਣਗੇ, ਸਤਿਗੁਰੂ ਰਹਿਮਤ ਕਰਨਗੇ। ਤਮਾਮ ਭੁੱਲਾਂ ਦੀ ਖਿਮਾ। ਆਓ ਹੁਣ ਭੋਗ ਦਾ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਹੁਕਮਨਾਮੇ ਸਰਵਣ ਕਰਕੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਆਪਾਂ ਸਾਰਿਆਂ ਨੇ ਆਗਿਆ ਲੈਣੀ ਹੈ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਕਤੀ ਛੁਪੀ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ